ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਮੈਂ ਮੂਰਖ ਕਿਛੁ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੀਜੈ। ਧੰਨ ਵਾਹਿਗੁਰੂ ਸਾਹਿਬ ਜੀ। ਜਿਹਵਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰਿ ਨਾਮ। ਕਹੋ ਨਾਨਕ ਸੁਨ ਰੇ ਮਨਾ, ਪਰੇ ਨਾ ਜਮ ਕੈ ਥਾ। ਕਹੋ ਨਾਨਕ ਸੁਨ ਰੇ ਮਨਾ, ਪਰਹਿ ਨਾ ਜਮ ਕੈ ਥਾ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਵੱਲੋਂ ਬਖਸ਼ਿਸ਼ ਕੀਤੀ ਉਦਮ ਸਦਕਾ ਆਪ ਸਭਨਾਂ ਨੇ ਹੀ ਗੁਰਬਾਣੀ ਪਾਠ ਅਤੇ ਕੀਰਤਨ ਸ਼ਰਵਣ ਕੀਤਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਮੁਬਾਰਕ ਉਚਾਰਨ ਕੀਤਾ ਹੋਇਆ 21 ਨੰਬਰ ਸ਼ਲੋਕ ਮੂਲ ਪਾਠ ਰੂਪ ਦੇ ਵਿੱਚ ਆਪ ਜੀ ਨੇ ਸ਼ਰਵਣ ਕੀਤਾ ਹੈ। ਗੁਰੂ ਅਸੀਸ ਲੈ ਕੇ ਮੁਬਾਰਕ ਬਾਣੀ ਨੂੰ ਵਿਚਾਰਨ ਦਾ ਯਤਨ ਕਰੀਏ। ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਵੱਲੋਂ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਜੋ ਸੁਨੇਹਾ ਦਰਜ ਕੀਤਾ ਹੈ, ਉਸ ਨੂੰ ਇੱਕ ਇਹ ਪੱਖ ਹੈ ਵਿਚਾਰਨ ਦਾ ਕਿ ਗੁਰੂ ਮਹਾਰਾਜ ਜੀ ਨੇ ਉਹਦੇ ਵਿੱਚ ਜੋ ਸਮਝ ਦਿੱਤੀ ਹੈ, ਜੋ ਸੋਝੀ ਦਿੱਤੀ ਹੈ, ਉਹਨਾਂ ਸ਼ਬਦਾਂ ਦੇ ਅਰਥ ਕੀ ਨੇ, ਉਹਦੇ ਮਾਇਨੇ ਕੀ ਨੇ। ਦੂਸਰਾ ਪੱਖ ਇਹ ਹੁੰਦਾ ਕਿ ਗੁਰੂ ਮਹਾਰਾਜ ਜੀ ਨੇ ਜਿਸ ਅਵਸਥਾ ਦੇ ਵਿੱਚ, ਜਿਸ ਮਾਹੌਲ ਦੇ ਵਿੱਚ ਉਹ ਸ਼ਬਦ, ਉਹ ਅੱਖਰ, ਉਹ ਬਾਣੀ ਉਚਾਰਨ ਕੀਤੀ ਹੈ, ਉਹ ਸਮੁੱਚਾ ਵਰਤਾਵਾ ਕੀ ਕਹਿੰਦਾ ਹੈ। ਜਦੋਂ ਤੱਕ ਅਸੀਂ ਉਸ ਮਾਹੌਲ ਨੂੰ, ਉਸ ਸਮੇਂ ਨੂੰ ਇਤਿਹਾਸਕ ਤੌਰ ਤੇ ਨਹੀਂ ਦੇਖਦੇ ਤੇ ਗੁਰੂ ਮਹਾਰਾਜ ਜੀ ਦੇ ਵੱਲੋਂ ਕਹੇ ਹੋਏ ਸ਼ਬਦਾਂ ਦੇ ਅੰਤਰੀਵ ਭਾਵ ਨਹੀਂ ਫੜਦੇ, ਉਦੋਂ ਤੱਕ ਗੱਲ ਸੁਣੀ ਸੁਣਾਈ ਜਾਂ ਉਪਰੇ ਤੌਰ ਤੇ ਹਵਾ ਦੇ ਵਿੱਚ ਹੀ ਉਹਦਾ ਵੇਗ ਰਹਿ ਜਾਂਦਾ ਹੈ। ਉਹਨੂੰ ਸਾਡਾ ਮਨ ਫੜ ਨਹੀਂ ਪਾਉਂਦਾ। ਉਹ ਗਹਿਰ ਗੰਭੀਰ ਵਿਚਾਰ ਸਾਡੀ ਸੁਰਤ ਨੂੰ ਛੂਹਣ ਤੋਂ ਅਣਛੂਹੀ ਰਹਿ ਜਾਂਦੀ ਹੈ। ਗੁਰੂ ਮਹਾਰਾਜ ਜੀ ਨੇ ਇੱਥੇ ਸ਼ਬਦ ਤਾਂ ਬੜੇ ਸੁਖੈਨ ਆਖੇ ਨੇ। ਜਿਹਬਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰਿ ਨਾਮ। ਅਖਰੀ ਅਰਥ ਹਨ ਕਿ ਜਿਹੜੀ ਸਾਡੀ ਜ਼ੇਬਾਏ ਜ਼ਬਾਨ ਹੈ, ਉਹ ਪਰਮੇਸ਼ਵਰ ਦੇ ਗੁਣ ਗਾਇਨ ਕਰੇ, ਤੇ ਜਿਹੜੇ ਕੰਨ ਨੇ, ਕਰਨ ਸੁਨੋ ਹਰਿ ਨਾਮ। ਕੰਨਾਂ ਨੂੰ ਆਖਿਆ ਤੁਸੀਂ ਹਰੀ ਦਾ ਨਾਮ ਸੁਣੋ। ਕਹੋ ਨਾਨਕ ਸੁਨ ਰੇ ਮਨਾ, ਹੇ ਮੇਰੇ ਮਨਾ, ਪਰੇ ਨਾ ਜਮ ਕੇ ਤਾਉ। ਦੇਖ, ਜਿਹੜੇ ਇਸ ਤਰੀਕੇ ਨੂੰ ਅਪਣਾਉਂਦੇ ਨੇ ਉਹ ਕਦੀ ਵੀ ਜੰਮ ਦੇ ਵਸ ਨਹੀਂ ਪੈਂਦੇ। ਇਹ ਅਖਰੀ ਅਰਥ ਹਨ। ਜੇ ਬਾਣੀ ਦੇ ਅਖਰੀ ਅਰਥ ਅਸੀਂ ਸਟੀਕ ਦੇ ਵਿੱਚ ਪੜ੍ਹਦੇ ਹਾਂ, ਅਰਥ ਕਰਨ ਵਾਲਿਆਂ ਵੱਲੋਂ ਪੜ੍ਹਦੇ ਹਾਂ, ਤਾਂ ਇੰਨੇ ਕੋਈ ਕਹੇ ਗਏ ਨੇ। ਔਰ ਅਰਥ ਬੇਸ ਹੁੰਦੇ ਨੇ ਵਿਚਾਰ ਦਾ। ਅਰਥ ਤੋਂ ਬਗੈਰ ਸਾਡੀ ਵਿਚਾਰ ਸਾਡੇ ਅੰਦਰ ਖੁੱਲ੍ਹਦੀ ਵੀ ਨਹੀਂ। ਉਹ ਗੱਲ ਆਧਾਰ ਹੁੰਦਾ ਹੈ ਉਹਦਾ ਪਹਿਲਾ ਸਟੈਪ ਕਿ ਉਹਨਾਂ ਅੱਖਰਾਂ ਦੇ ਅਖਰੀ ਅਰਥ ਕੀ ਨੇ। ਆਪ ਨੂੰ ਮੌਕਾ ਮਿਲੇ, ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਜਿਹੜੇ 10 ਵੋਲੀਅਮ ਦੇ ਵਿੱਚ ਅਰਥ ਕੀਤੇ ਨੇ, ਗੁਰਬਾਣੀ ਦਰਪਣ 10 ਭਾਗ ਹਨ। ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਖਰ ਬਾਖਰ ਦੇ ਉਹਨਾਂ ਨੇ ਅਰਥ ਕਰਨ ਦੇ ਯਤਨ ਕੀਤੇ ਨੇ।
ਉਹਦੇ ਵਿੱਚ ਉਹਨਾਂ ਨੇ ਬੜਾ ਸੌਖਾ ਤੇ ਸਰਲ ਤਰੀਕਾ ਇਹ ਪੇਸ਼ ਕੀਤਾ ਕਿ ਪਹਿਲਾਂ ਸ਼ਬਦ ਦੇ ਵਿੱਚੋਂ ਦੀ ਔਖੇ ਸ਼ਬਦਾਂ ਦੇ ਸ਼ਬਦਾਰਥ ਅਰਥ ਕਰ ਦਿੱਤੇ ਉਹਨਾਂ ਨੇ, ਜਿਹਨੂੰ ਅਸੀਂ ਵਰਡ ਮੀਨਿੰਗ ਕਹਿੰਦੇ ਆ। ਇੱਕ ਵਰਡ ਲੈ ਕੇ ਉਹਦਾ ਮੀਨਿੰਗ ਕੀ ਹੈ, ਫਿਰ ਸਾਰੇ ਸ਼ਬਦ ਦੇ ਅਰਥ ਕੀ ਨੇ ਉਹਨਾਂ ਨੇ ਉਹ ਲਿਖ ਦਿੱਤੇ। ਔਰ ਜਿੱਥੇ ਭਾਈ ਸਾਹਿਬ ਨੂੰ, ਪ੍ਰੋਫੈਸਰ ਸਾਹਿਬ ਨੂੰ ਇਹ ਲੱਗਾ ਕਿ ਇਹ ਸ਼ਬਦ ਦੇ ਕੁਝ ਅੰਤਰੀ ਭਾਵ ਵੀ ਹਨ, ਅਰਥਾਂ ਤੋਂ ਇਲਾਵਾ ਵੀ, ਉਹਨਾਂ ਨੇ ਥੱਲੇ ਫਿਰ ਲਿਖ ਦਿੱਤਾ ਭਾਵ ਸੈਂਸ। ਇਹ ਸ਼ਬਦ ਦੀ ਸੈਂਸ ਕੀ ਨਿਕਲਦੀ ਹੈ। ਜੇ ਉਹਨਾਂ ਨੂੰ ਇਹ ਲੱਗਾ ਕਿ ਇਹਦੇ ਨਾਲ ਕੋਈ ਕਹਾਣੀ ਜੋੜੀ ਹੋਈ ਹੈ, ਇਹ ਸ਼ਬਦ ਸਮਾਜ ਇਦਾਂ ਲੈਂਦਾ ਆ ਰਿਹਾ ਹੈ, ਉਹਨਾਂ ਨੇ ਥੱਲੇ ਫਿਰ ਨੋਟ ਵੀ ਲਿਖ ਦਿੱਤਾ। ਇਹਦੇ ਲਈ ਬੜੀ ਮਿਹਨਤ ਤੇ ਮਸ਼ੱਕਤ ਦੀ ਲੋੜ ਸੀ। ਗੁਰਬਾਣੀ ਦੀ ਗ੍ਰਾਮਰ ਵੀ ਆਉਣੀ ਚਾਹੀਦੀ ਹੈ, ਗੁਰਬਾਣੀ ਦੇ ਅੱਖਰਾਂ ਦੀ ਪਕੜ ਵੀ ਹੋਣੀ ਚਾਹੀਦੀ ਹੈ, ਤੇ ਗੁਰਬਾਣੀ ਜਿਸ ਭਾਵਨਾ ਦੇ ਵਿੱਚੋਂ ਦੀ ਸਾਡੇ ਤੱਕ ਪਹੁੰਚੀ ਹੈ, ਪਹੁੰਚਾਈ ਗਈ ਹੈ, ਉਹ ਭਾਵਨਾ ਤੱਕ ਪਹੁੰਚਣ ਲੱਗਿਆਂ ਵੀ ਓਨਾ ਹੀ ਗੁਰੂ ਦੇ ਨੇੜੇ ਹੋ ਕੇ ਬਹਿਣ ਦਾ ਯਤਨ ਹੁੰਦਾ ਹੈ। ਹੁਣ ਸ਼ਬਦਾਂ ਦੇ ਅਰਥਾਂ ਦੇ ਨਾਲ ਇਹਦੇ ਭਾਵ ਇਹ ਨੇ, ਮਹਾਰਾਜ ਨੇ ਇੱਥੇ ਸਰੀਰ ਦੇ ਖਾਸ 2 ਅੰਗਾਂ ਨੂੰ ਹਦਾਇਤ ਕੀਤੀ ਹੈ। ਭਾਵੇਂ ਬਾਣੀ ਦੇ ਵਿੱਚ ਹੋਰ ਵੀ ਇਦਾਂ ਦੇ ਸ਼ਬਦ ਨੇ ਜਿਹਦੇ ਵਿੱਚ ਵੱਖਰੇ ਵੱਖਰੇ ਅੰਗਾਂ ਨੂੰ ਹਦਾਇਤ ਹੈ। ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ, ਉੱਥੇ ਅੱਖਾਂ ਨੂੰ ਆਖਿਆ ਮਹਾਰਾਜ ਨੇ ਕਿ ਜੇ ਅੱਖਾਂ ਗੁਰੂ ਨੂੰ ਨਹੀਂ ਵੇਖਦੀਆਂ ਤੇ ਉਹ ਅੱਖਾਂ ਕੁਝ ਹੋਰ ਤਾਂ ਵੇਖਦੀਆਂ ਹੀ ਨੇ ਨਾ। ਜੇ ਉਹ ਅੱਖਾਂ ਗੁਰੂ ਵੱਲ ਫੋਕਸ ਨਹੀਂ ਕਰਦੀਆਂ, ਗੁਰੂ ਨੂੰ ਧਿਆਨ 'ਚ ਨਹੀਂ ਰੱਖਦੀਆਂ, ਤੇ ਉਹ ਕੁਝ ਹੋਰ ਤਾਂ ਰੱਖਣਗੀਆਂ ਨਾ, ਤੇ ਹੋਰ ਕੁਝ ਰੱਖਣ ਦੇ ਨਾਲ ਉਹ ਬੇਹਾਲ ਹੋ ਜਾਂਦੀਆਂ ਨੇ। ਉਹ ਅੱਖਾਂ ਖੁਆਰ ਹੁੰਦੀਆਂ ਨੇ, ਤਰਸੀਆਂ ਜੀਆਂ ਰਹਿੰਦੀਆਂ ਨੇ। ਗੁਰੂ ਮਹਾਰਾਜ ਨੇ ਆਖਿਆ ਕਿ ਤੁਸੀਂ ਦੇਖੋ, ਦੁਨੀਆ ਨੂੰ ਧਿਆਨ ਨਾਲ ਦੇਖੋ, ਦੇਖੋ ਪਸਾਰ ਨੈਣ, ਅੱਖਾਂ ਖੋਲ ਕੇ ਦੁਨੀਆ ਦੇ ਵਿੱਚ ਚੱਲੋ, ਪਰ ਨਾਲ ਨਾਲ ਕੰਨਾਂ ਨੂੰ ਆਖਿਆ ਸੁਣੋ ਸਾਧੂ ਕੇ ਬੈਣ। ਡਾਇਰੈਕਸ਼ਨ ਗੁਰੂ ਦੇ ਤੇ ਤੁਸੀਂ ਵੇਖੋ, ਗੱਲ ਪੂਰੀ ਬਣ ਸਕਦੀ ਹੈ। ਅੱਖਾਂ ਕਿਉਂਕਿ ਆਪਣੇ ਆਪ ਨਹੀਂ ਵੇਖਦੀਆਂ, ਉਹਨੂੰ ਜੋ ਸੁਣਾਈ ਦਿੱਤਾ ਹੈ ਨਾ, ਉਹਦੇ ਮਨ ਨੂੰ ਜੋ ਸੁਣਾਈ ਦਿੱਤਾ ਹੈ, ਜੋ ਸਮਝ ਪਈ ਹੈ, ਅੱਖਾਂ ਉਦਾਂ ਦੇਖਣਗੀਆਂ। ਆਪਣੇ ਆਪ ਦੇ ਵਿੱਚ ਅੱਖਾਂ ਤੇ ਬਸ ਇਹ ਕਹਿ ਲਓ ਕਿ ਸਾਡੇ ਕੋਲ ਇਹ ਅੰਗ ਜਿਹੜੇ ਨੇ, ਇਹ ਇੱਕ ਪਾਰਟ ਹੀ ਹੈ ਦੇਖਣ ਨੂੰ, ਕਿ ਅੱਖਾਂ ਹੀ ਨੇ ਬਸ। ਪਰ ਅੱਖਾਂ ਦੇ ਪਿੱਛੇ ਜਿਹੜੀ ਸੋਚਣ ਦੀ ਦ੍ਰਿਸ਼ਟੀ ਹੈ, ਸੋਚ ਹੈ। ਵੇਖੋ ਬਾਣੀ 'ਚ ਆਖਿਆ ਨਾ, ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਦ੍ਰਿਸ਼ਟੀ ਕੰਮ ਕਰਦੀ ਹੈ ਅਸਲ ਦੇ ਵਿੱਚ। ਉੱਦਾਂ ਤੇ ਕਿਸੇ ਦੀ ਹੋ ਸਕਦਾ ਅੱਖ ਕਮਜ਼ੋਰ ਹੋਵੇ, ਕਿਸੇ ਦੀ ਘੱਟ ਵੱਧ ਹੋਵੇ, ਪਰ ਦ੍ਰਿਸ਼ਟੀ ਕਮਜ਼ੋਰ ਨਾ ਪਵੇ। ਹੁਣ ਭਗਤ ਸੂਰਦਾਸ ਜੀ ਦੀ ਵੀ ਬਾਣੀ ਹੈਗੀ ਹੈ, ਉਹਨਾਂ ਨੂੰ ਤਾਂ ਦੇਖ ਹੀ ਨਹੀਂ ਰਿਹਾ। ਉਹਨਾਂ ਨੂੰ ਨਾ ਰੰਗ ਵੇਖ ਰਹੇ ਨੇ, ਨਾ ਪਸ਼ੂ ਪਰਿੰਦੇ ਤੇ ਨਾ ਇਨਸਾਨਾਂ ਦੇ ਕੱਦ ਕਾਠ ਤੇ ਨਾ ਉਹਨਾਂ ਦੇ ਚਿਹਰੇ ਮੋਹਰੇ, ਉਹਨਾਂ ਨੂੰ ਨਹੀਂ ਦੇਖ ਰਹੇ। ਅਸੀਂ ਉਹਨਾਂ ਨੂੰ ਅਕਸਰ ਹੀ ਸੂਰਮਾ ਕਹਿ ਦਿੰਦੇ ਹਾਂ, ਇਹੋ ਜਿਹੇ ਜਿਹੜੇ ਅੱਖਾਂ ਤੋਂ ਨਹੀਂ ਦੇਖ ਪਾਉਂਦੇ। ਗੁਰਬਾਣੀ ਵਿੱਚ, ਗੁਰਮਤ ਵਿੱਚ, ਗੁਰਮਤ ਫਲਸਫੇ ਦੇ ਵਿੱਚ ਅਸੀਂ ਅੰਨਾ ਨਹੀਂ ਕਹਿੰਦੇ, ਉਹਨੂੰ ਕਹਿ ਦਿੰਦੇ ਹਾਂ ਕਿ ਸੁਜਾਖਾ ਹੈ, ਇਹ ਸੂਰਮਾ ਹੈ। ਅਜੇ ਬਾਣੀ ਵਿੱਚ ਮਹਾਰਾਜ ਜੀ ਨੇ ਅੰਨੇ ਦੀ ਡੈਫੀਨੇਸ਼ਨ ਡਿਫਰੈਂਟ ਦਿੱਤੀ ਹੈ, ਬਿਲਕੁਲ ਵੱਖਰੀ ਹੈ। ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਏ ਨਾ ਹੈ, ਕਹਿੰਦੇ ਜਿਨ੍ਹਾਂ ਦੀਆਂ ਅੱਖਾਂ ਵੇਖ ਨਹੀਂ ਪਾਉਂਦੀਆਂ ਉਹਨਾਂ ਨੂੰ ਅੰਨਾ ਨਾ ਕਿਉਂ। ਅੰਧੇ ਸਈ ਨਾਨਕਾ ਖਸਮੋ ਕੁੱਤੇ ਜਾਹੇ। ਅੰਨੇ ਉਹ ਨੇ ਜਿਨ੍ਹਾਂ ਨੂੰ ਖਸਮ ਦਾ ਨਿਜ਼ਾਮ ਨਹੀਂ ਪੱਲੇ ਪੈ ਰਿਹਾ, ਦਿਖ ਨਹੀਂ ਰਿਹਾ। ਅੰਨੇ ਉਹ ਨੇ ਜਿਨ੍ਹਾਂ ਕੋਲ ਅੱਖਾਂ ਹੁੰਦੀਆਂ ਹੋਈਆਂ ਵੀ ਉਹ ਅਗਿਆਨਤਾ ਦੇ ਖੂਹ 'ਚ ਡਿੱਗ ਰਹੇ ਨੇ। ਅਗਿਆਨਤਾ ਦਾ ਗਹਿਰ ਗੰਭੀਰ ਖੂਹ ਹੈ, ਔਰ ਅੱਖਾਂ ਸਾਡੇ ਕੋਲ ਬਾਹਰੀ ਤੌਰ ਤੇ ਹੈਗੀਆਂ ਨੇ, ਪਰ ਡਿੱਗ ਪੈ ਰਹੇ ਆ। ਸੋ ਗੁਰਬਾਣੀ ਨੇ ਬਿਲਕੁਲ ਵੱਖਰੇ ਐਂਗਲ ਤੋਂ ਵਿਚਾਰਾਂ ਦਿੱਤੀਆਂ ਸਮਾਜ ਨੂੰ। ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਨੇ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ। ਤੁਸੀਂ ਦੇਖੋ, ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਹਿਸਟਰੀ ਨੂੰ ਵੀ ਧਿਆਨ 'ਚ ਰੱਖੀਏ, ਹੋਰ ਇਤਿਹਾਸ ਕਿਹੜੇ ਕੰਮ ਆਉਣਾ ਹੈ। ਜਿਸ ਵਕਤ ਮਹਾਰਾਜ ਇਹ ਵਿਚਾਰਾਂ ਸਮਾਜ ਨੂੰ ਦੇ ਰਹੇ ਸਨ, ਉਸ ਵੇਲੇ ਵੇਦਾਂ ਦੇ ਵਿੱਚੋਂ ਦੀ ਸਮਾਜ ਨੂੰ ਇਹ ਗੱਲ ਕਹੀ ਜਾਂਦੀ ਸੀ ਕਿ ਤੁਸੀਂ ਕਿਸ ਕੈਟਾਗਰੀ 'ਚ ਆਉਂਦੇ ਹੋ, ਉੱਦਾਂ ਆਪਣੀ ਰਸਨਾ ਜ਼ਬਾਨ ਵਰਤ ਸਕਦੇ ਹੋ। ਜੇ ਤੇ ਤੁਸੀਂ ਮੰਨ ਲਓ ਬ੍ਰਾਹਮਣ ਤੇ ਤੁਸੀਂ ਮੰਤਰ ਪੜ੍ਹੋ, ਤੁਸੀਂ ਗਾਇਤਰੀ ਮੰਤਰ ਪੜ੍ਹੋ, ਪੁਰਾਣ ਦੇ ਪਾਠ ਕਰੋ,
ਤੇ ਖੱਤਰੀ ਜਿਹੜਾ ਉਹ ਤੇ ਸ਼ਸਤਰ ਸਿੱਖਿਆ ਹੀ ਚੰਗੀ ਹੈ ਕਿ ਉਹ ਸ਼ਸਤਰ ਦੀ ਵਿੱਦਿਆ ਲਵੇ, ਵੈਸ਼ ਵਪਾਰ ਕਰਨ ਦੂਰ ਦੁਰਾਡੇ ਜਾਵੇ। ਤੇ ਜਿਹੜਾ ਚੌਥੀ ਵਰਣ ਦਾ ਉਹਨੂੰ ਆਖਿਆ ਸੀ ਕਿ ਤੇਰੇ ਕੋਲ ਜ਼ਬਾਨ ਤਾਂ ਹੈ, ਪਰ ਇਹ ਜ਼ਬਾਨ ਪਸ਼ੂਆਂ ਵਾਂਗ ਸਮਝੀ ਜਾਏ। ਪਸ਼ੂਆਂ ਕੋਲ ਜ਼ਬਾਨ ਹੁੰਦੀ ਹੈ ਪਰ ਉਹਦੇ ਕੋਲ ਸ਼ਬਦ ਨਹੀਂ ਹੁੰਦੇ, ਉਹ ਬੋਲਦਾ ਨਹੀਂ ਹੈਗਾ, ਉਹ ਕੁਝ ਪੜ੍ਹ ਨਹੀਂ ਸਕਦਾ, ਜ਼ਬਾਨੋਂ ਕੋਈ ਚੀਜ਼ ਸਾਂਝੀ ਨਹੀਂ ਕਰ ਸਕਦਾ ਕਿਸੇ ਦੇ ਨਾਲ, ਤਕਲੀਫ ਨਹੀਂ ਬਿਆਨ ਕਰ ਸਕਦਾ। ਤੂੰ ਬਸ ਆਪਣੇ ਆਪ ਨੂੰ ਇਦਾਂ ਹੀ ਸਮਝ। ਢੋਲ ਗਵਾਰ ਸ਼ੂਦਰ ਪਸ਼ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ। ਭਾਵੇਂ ਸ਼ੂਦਰ ਹੋਵੇ ਤੇ ਭਾਵੇਂ ਪਸ਼ੂ ਹੋਵੇ, ਇਹ ਇੱਕੋ ਹੀ ਲਾਈਨ ਦੇ ਵਿੱਚ ਨੇ, ਕੋਈ ਕੈਟਾਗਰੀ ਚ ਆਉਂਦੇ ਨੇ। ਭਾਈ ਗੁਰਦਾਸ ਜੀ ਨੇ ਇਹ ਗੱਲ ਆਖੀ ਹੈ ਨਾ ਆਪਣੀ ਰਸਨਾ ਦੇ ਨਾਲ, ਆਪਣੀ ਕਲਮ ਦੇ ਨਾਲ, ਪਸ਼ੂਆ ਸ਼ਬਦਹੀਨ, ਕਹਿੰਦੇ ਪਸ਼ੂ ਦੇ ਕੋਲ ਜ਼ਬਾਨ ਹੈ ਪਰ ਸ਼ਬਦ ਤੋਂ ਹੀਣ ਹੈ। ਮਾਨਸ ਜਨਮ ਬੋਲੇ ਬਚਨ ਅਨੇਕ ਹੈ। ਬੰਦੇ ਕੋਲ ਜ਼ਬਾਨ ਹੈ ਪਰ ਬੋਲਦਾ ਬੜਾ ਹੈ, ਜ਼ਬਾਨ ਦੇ ਨਾਲ ਬੋਲ ਸਕਦਾ, ਗੱਲ ਕਹਿ ਸਕਦਾ, ਤਕਲੀਫ ਬਿਆਨ ਹੋ ਸਕਦੀ ਹੈ, ਸਾਂਝ ਹੋ ਸਕਦੀ ਹੈ। ਇੱਕ ਕਨਵਰਸੇਸ਼ਨ ਡਿਬੇਟਸ ਕਿਸੇ ਵਿੱਚ ਵੀ ਬਿਠਾ ਲਓ, ਇਹਨੂੰ ਜ਼ਬਾਨ ਹੀ ਕੰਮ ਕਰੇਗੀ। ਪਰ ਜੇ ਜ਼ਬਾਨ ਤੇ ਤਾਲਾ ਲਾ ਦਿੱਤਾ ਜਾਏ, ਰੋਕ ਲਾਤੀ ਜਾਏ, ਕੋਈ ਕਾਨੂੰਨ ਐਦ ਕਰ ਦਿੱਤਾ ਜਾਏ, ਤੇ ਫਿਰ ਉਹ ਪਸ਼ੂ ਤੋਂ ਘੱਟ ਨਹੀਂ ਹੈਗਾ, ਪਸ਼ੂ ਹੀ ਹੈ। ਜ਼ਬਾਨ ਦਾ ਉਹਨੇ ਕੀਤਾ ਕੀ, ਉਹਦੇ ਕੰਮ ਨਹੀਂ ਆਈ। ਗੁਰੂ ਨਾਨਕ ਮਹਾਰਾਜ ਤੋਂ ਲੈ ਕੇ, ਇਉਂ ਕਹਿ ਲਓ ਕਿ ਸ਼ੇਖ ਫਰੀਦ ਸਾਹਿਬ ਜੀ ਤੋਂ ਲੈ ਕੇ ਭਗਤ ਸਾਹਿਬਾਨ, ਗੁਰੂ ਮਹਾਰਾਜ, ਸਿੱਖ ਵਿਚਾਰਧਾਰਾ ਵਾਲਿਆਂ ਦੇ ਸਮੇਂ ਦੇ ਵਕਤ ਇੱਕ ਬੜਾ ਵੱਡਾ ਭਾਰਤੀ ਖਿੱਤੇ ਦੇ ਵਿੱਚ ਇਨਕਲਾਬ ਇਸ ਪੱਖੋਂ ਆਇਆ ਕਿ ਲੋਕ ਬੋਲਣੇ ਸ਼ੁਰੂ ਹੋ ਗਏ, ਬੋਲਣੇ ਸ਼ੁਰੂ ਹੋ ਗਏ। ਅਗਲੇ ਵੇਦਾਂ ਦੇ ਥਰੂ ਇਹ ਕਹਿੰਦੇ ਨੇ ਕਿ ਜੇ ਤੁਸੀਂ ਜਾਣੇ ਅਣਜਾਣੇ ਵੀ ਕੰਨਾਂ ਦੇ ਵਿੱਚ ਅਗਰ ਕੋਈ ਮੰਤਰ ਸੁਣ ਲਿਆ ਤੇ ਤੁਹਾਡੇ ਕੰਨ ਵਿੱਚ ਘੋਲ ਕੇ ਸਿੱਕਾ ਪਾ ਦਿੱਤਾ ਜਾਏਗਾ, ਔਰ ਪਾਇਆ ਜਾਂਦਾ ਸੀ। ਜੇ ਤੁਸੀਂ ਆਪਣੀ ਜ਼ਬਾਨ ਤੋਂ ਗਾਇਤਰੀ ਮੰਤਰ, ਪੁਰਾਣਾ ਦਾ ਪਾਠ, ਕੋਈ ਵੀ ਸ਼ਬਦ ਉਚਾਰਨ ਕਰ ਦਿੱਤਾ, ਮੰਤਰ ਬੋਲ ਦਿੱਤੇ, ਕਿਉਂਕਿ ਮੰਤਰ ਜਿਹੜੇ ਨੇ ਨਾ ਉਹ ਰੱਬੀ ਕਲਾਮ ਭਗਵਾਨ ਦੇ ਬੋਲ ਨੇ, ਤੇ ਉਹ ਕੇਵਲ ਦੇਵੀ ਦੇਵਤਿਆਂ ਦੇ ਕੋਲੋਂ ਬ੍ਰਾਹਮਣ ਕੋਲ ਪਹੁੰਚੇ ਨੇ। ਉਹਨੂੰ ਹੱਕ ਨਹੀਂ ਕਿ ਉਹ ਸ਼ੂਦਰ ਆਪਣੀ ਜ਼ਬਾਨ 'ਚ ਪਾ ਕੇ ਉਹਨਾਂ ਨੂੰ ਅਪਵਿੱਤਰ ਕਰੇ। ਜੇ ਕਰੇਗਾ ਤੇ ਉਹਦੀ ਜ਼ਬਾਨ ਦੇ ਟੁਕੜੇ ਕਰਕੇ ਸੁੱਟ ਦਿੱਤੇ ਜਾਣ। ਮੈਂ ਪਿਛਲੇ ਦਿਨੀ ਵੀ ਰੈਫਰੈਂਸ ਦਿੱਤਾ ਸੀ, ਗੁਰਨਾਮ ਸਿੰਘ ਹੋਰਾਂ ਦੀ ਕਿਤਾਬ ਹੈ ਭਾਰਤੀ ਲੋਕ ਨੀਚ ਕਿਵੇਂ ਬਣੇ, ਪੜ੍ਹਨ ਵਾਲੀ ਕਿਤਾਬ ਹੈ, ਲਾਇਬ੍ਰੇਰੀਆਂ ਦਾ ਹਿੱਸਾ ਹੋਣੀ ਚਾਹੀਦੀ ਹੈ, ਸਾਡੇ ਘਰਾਂ ਦਾ ਸ਼ਿੰਗਾਰ ਹੋਣੀਆਂ ਚਾਹੀਦੀਆਂ ਨੇ। ਸ਼ੂਦਰ ਦਾ ਰਾਈਜ਼ਿੰਗ YouTube ਦੇ ਵਿੱਚ ਵੀਡੀਓ ਤੁਸੀਂ ਘਰ ਜਾ ਕੇ ਵੇਖ ਲਿਓ ਜੇ, ਹਾਲਾਤ ਕੀ ਸਨ ਉਸ ਵੇਲੇ ਦੇ, ਕਿੱਦਾਂ ਆਵਾਜ਼ ਚੁੱਕੀ ਭਗਤਾਂ ਨੇ, ਗੁਰੂ ਮਹਾਰਾਜ ਜੀ ਨੇ, ਉਹ ਮਾਹੌਲ ਕੀ ਕਹਿ ਰਿਹਾ ਸੀ। ਜਿੱਥੇ ਅਗਲੇ ਕਹਿੰਦੇ ਨੇ ਜ਼ਬਾਨ ਦੇ ਟੁਕੜੇ ਕਰਕੇ ਸੁੱਟ ਦਿਓ, ਉੱਥੇ ਮਹਾਰਾਜ ਕਹਿੰਦੇ ਨੇ ਜੇ ਨਹੀਂ ਬੋਲਦੀ ਤੇ ਕੋਈ ਫਾਇਦਾ ਹੀ ਨਹੀਂ ਇਹਦਾ, ਰਸਨਾ ਜਪੇ ਨਾ ਨਾਮ ਤਿਲ ਤਲ ਕਰ ਕੱਟੀ ਹੈ, ਸੁੱਟਦੇ ਫਿਰ ਜੇ ਕੁਝ ਕਰਨਾ ਹੀ ਨਹੀਂ ਇਹਦਾ। ਤੇ ਬਿਲਕੁਲ ਅਪੋਜ਼ਿਟ ਥਿਊਰੀ ਹੈ, ਅਪੋਜ਼ਿਟ ਵਿਚਾਰਧਾਰਾ। ਇਹ ਆਈਡੀਓਲੋਜੀ ਦਾ, ਵਿਚਾਰਧਾਰਾ ਦਾ ਹੀ ਤਾਂ ਟਕਰਾਵ ਹੋਇਆ ਇਤਿਹਾਸ ਦੇ ਵਿੱਚ, ਨਹੀਂ ਤੇ ਹਿੰਦੂ ਪਹਾੜੀ ਰਾਜਿਆਂ ਨੂੰ ਕਲਗੀਧਰ ਮਹਾਰਾਜ ਨਾਲ ਕੀ ਵੈਰ ਹੋ ਸਕਦਾ ਸੀ? ਕਿਉਂ ਅਟੈਕ ਕਰਦੇ ਨੇ, ਕਿਉਂ ਅਨੰਦਪੁਰ ਨੂੰ ਘੇਰਾ ਪਾਉਂਦੇ ਨੇ, ਕਿਉਂ ਨਿੱਕੇ ਨਿੱਕੇ ਬੱਚੇ ਉਹ ਨੀਹਾਂ 'ਚ ਖਿਲਾਰ ਦਿੰਦੇ ਨੇ? ਕੀ ਮਸਲਾ ਕੀ ਹੈ? ਜ਼ਮੀਨ ਜਾਇਦਾਦ ਦਾ ਮਸਲਾ ਤਾਂ ਹੈ ਨਹੀਂ ਸੀ, ਮਸਲਾ ਸਿਰਫ ਇਹ ਸੀ ਅਗਲੇ ਸਮਾਜ ਨੂੰ ਗੁੰਗਾ ਬਣਾ ਰਹੇ ਨੇ, ਗੁਰੂ ਬੁਲਾਰਾ ਬਣਾ ਰਿਹਾ। ਉਦਾਹਰਣ ਤੁਹਾਡੇ ਨਾਲ ਸਾਂਝੀ ਕੀਤੀ ਸੀ ਨਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੇਲੇ ਪੰਜੋਖਰੇ ਦੇ ਵਿੱਚ ਲਾਲ ਚੰਦ ਪੰਡਤ ਨੂੰ ਮਾਤ ਕਿੰਨੇ ਪਾਈ? ਇੱਕ ਜਿਹੜਾ ਸਿੱਖ ਸਧਾਰਨ ਉਹਨੂੰ ਦਿਖਿਆ, ਭਾਈ ਛੱਜੂ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੀ ਨਿਗਾਹ ਦੇ ਵਿੱਚ ਗੁੰਗਾ ਹੈ। ਮਹਾਰਾਜ ਕਹਿੰਦੇ ਨੇ ਇਹਦੀ ਤਸੱਲੀ ਕਰਾਓ। ਅਸੀਂ ਲਿਆ ਕੇ ਇਤਿਹਾਸ ਵਿੱਚ ਗੁਰੂ ਮਹਾਰਾਜ ਕੋਲੋਂ ਛੜੀ ਲਿਆ ਕੇ ਉਹਦੇ ਸਿਰ ਤੇ ਟਿਕਾ ਦਿੱਤੀ, ਕਿਉਂਕਿ ਹਿਸਟਰੀ ਜਿਨ੍ਹਾਂ ਨੇ ਲਿਖੀ ਜਾਂ ਲਿਖਵਾਈ ਉਹ ਇਹ ਗੱਲ ਚਾਹੁੰਦੇ ਨਹੀਂ ਸਨ ਕਦੀ ਵੀ ਕਿ ਲੋਕਾਂ ਤੱਕ ਇਹ ਗੱਲ ਪਹੁੰਚੇ ਕਿ ਗੁਰੂ ਇੱਕ ਨਹੀਂ, ਹਜ਼ਾਰਾਂ ਲੱਖਾਂ ਬੰਦਿਆਂ ਦੇ ਉੱਤੇ ਆਪਣੇ ਰਹਿਮਤ ਤੇ ਬਖਸ਼ਿਸ਼ ਤੇ ਗਿਆਨ ਦੀ ਛੜੀ ਰੱਖ ਕੇ ਉਹਨਾਂ ਨੂੰ ਬੁਲਾ ਰਿਹਾ ਸੀ। ਇਹ ਗੱਲ ਨਾ ਪਹੁੰਚੇ, ਇੰਨੀ ਕੁ ਗੱਲ ਪਹੁੰਚੇ ਜਿਹਨੂੰ ਬੁਲਵਾਉਣਾ ਸੀ ਉਹਦੀ ਜ਼ਬਾਨ ਗੂੰਗੀ ਸੀ, ਮਹਾਰਾਜ ਨੇ ਛੜੀ ਰੱਖੀ, ਬਸ ਉਹੀ ਬੋਲਿਆ, ਬਾਕੀ ਥੋੜਾ। ਸਿਰਫ ਅਸੀਂ ਉਹਨੂੰ ਹੀ ਬੁਲਵਾਇਆ। ਕਰਾਮਾਤ, ਜਾਦੂਗਰੀ ਤਰੀਕੇ ਦੇ ਨਾਲ, ਗੈਰ ਕੁਦਰਤੀ ਗੈਰ ਵਾਜਬ ਗੱਲਾਂ ਦੇ ਨਾਲ ਅਸੀਂ ਕਿਹਾ ਕਿ ਬਈ ਉਹੀ ਬੋਲਿਆ, ਬਸ ਨਹੀਂ, ਉਹ ਗੁੰਗਾ ਹੈ ਹੀ ਨਹੀਂ ਸੀ। ਉਹਦੀ ਜ਼ਬਾਨ ਸੀ, ਸ਼ਬਦ ਸਨ, ਪਰ ਵਿਪਰਵਾਦ ਦੀ ਨਿਗਾਹ ਦੇ ਵਿੱਚ ਉਹ ਗੁੰਗਾ ਹੈ, ਕਿਉਂਕਿ ਉਹਨੂੰ ਪਤਾ ਚੌਥੀ ਵਰਣ ਚ ਆਉਂਦਾ, ਇਹਨੂੰ ਬੋਲਣ ਦਾ ਤਾਂ ਹੱਕ ਹੀ ਨਹੀਂ, ਇਹ ਤੇ ਹੈ ਹੀ ਗੁੰਗੇ ਲੋਕ ਨੇ, ਸਦੀਆਂ ਤੋਂ ਗੁੰਗੇ ਨੇ ਇਹ ਤਾਂ। ਵੇਖੋ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਆਖਿਆ ਨਾ, ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ,
ਅੰਧਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਉੱਥੇ ਜਿਹੜਾ ਸ਼ਬਦ ਹੈ ਨਾ ਬਕੀਤਾ, ਉਹਦਾ ਅਰਥ ਹੈ ਵਕਤਾ। ਪਿੰਗੁਲ ਪਰਬਤ ਪਾਰ ਪਰੇ, ਜਿਹੜੇ ਪਿੰਗਲੇ ਬਣਾ ਦਿੱਤੇ ਸਨ, ਡਿਪੈਂਡ ਸਨ ਕਿਸੇ ਤੇ, ਇੰਡੀਪੈਂਡੈਂਟ ਲਾਈਫ ਨਹੀਂ ਸੀ ਉਹਨਾਂ ਦੀ। ਪਿੰਗਲਿਆਂ ਹੋਰ ਕਿਹਨੂੰ ਕਹਿੰਦੇ ਆ? ਜਿਹਨੂੰ ਦੂਜਾ ਬੰਦਾ ਚਾਹੀਦਾ ਤੁਰਨ ਵਾਸਤੇ, ਕੁਝ ਸਹਾਰਾ ਚਾਹੀਦਾ, ਤੁਰ ਨਹੀਂ ਪਾਏਗਾ, ਪਿੰਗਲਾ। ਜਿਹੜਾ ਸਮਾਜ ਆਪਣੇ ਬੱਚਿਆਂ ਦੇ ਵਿਆਹ ਆਪ ਨਹੀਂ ਕਰਾ ਸਕਦਾ, ਉਹਨੂੰ ਪੱਤਰੀ ਖਲਵਾਉਣੀ ਪਏਗੀ ਕਿਸੇ ਕੋਲ ਜਾ ਕੇ, ਐਜ਼ ਏ ਪਿੰਗਲਾ। ਆਪਣਾ ਘਰ ਰੱਖਿਆ, ਤੁਸੀਂ ਘਰ ਬਣਾਉਣਾ ਹੈ, ਲੱਖਾਂ ਕਰੋੜਾਂ ਤੁਸੀਂ ਕਮਾਏ ਨੇ, ਮਹਿਲ ਤੁਸੀਂ ਬਣਾਉਣਾ ਹੈ, ਪਰ ਨੀ ਕੋਈ ਰੱਖੇਗਾ ਆ ਕੇ, ਪਿੰਗਲਾ। ਅਸੀਂ ਕੋਈ ਕੰਮ ਕਰਨਾ, ਅਗਲਿਆਂ ਨੇ ਸਾਨੂੰ ਡਿਪੈਂਡ ਕਰਤਾ, ਸਾਡੇ ਤੋਂ ਬਗੈਰ ਨਹੀਂ ਤੁਹਾਡਾ ਕੰਮ ਸਰ ਸਕਦਾ। ਮਹਾਰਾਜ ਨੇ ਆਖਿਆ ਇੰਡੀਪੈਂਡੈਂਟ ਸਮਾਜ ਹੋਣਾ ਚਾਹੀਦਾ, ਖੁਦ ਡਿਸੀਜ਼ਨ ਲਓ ਆਪਣੇ। ਲਾਈਫ ਤੁਹਾਡੀ ਹੈ, ਤੁਹਾਡੇ ਬੱਚੇ ਨੇ, ਤੁਸੀਂ ਵਿਆਹੁਣੇ ਨੇ, ਤੁਸੀਂ ਘਰ ਬਣਾਉਣਾ ਹੈ। ਕਿੱਧਰ ਮੂੰਹ ਹੋਣਾ ਚਾਹੀਦਾ ਤੁਹਾਡੀ ਰਸੋਈ ਦਾ, ਕਿੱਧਰ ਬੂਹੇ ਦਾ, ਇਹ ਤੁਸੀਂ ਸੋਚੋ ਆਪਣਾ। ਜਿਹੜੇ ਲੋਕ ਇਹ ਦਾਅਵਾ ਕਰਦੇ ਨੇ, ਇੱਥੇ ਜਿਹੜੇ ਘਰ ਬਣਦੇ ਨੇ ਅਮਰੀਕਾ ਕੈਨੇਡਾ 'ਚ, ਆਮੋ ਸਾਹਮਣੇ ਮੂੰਹ ਹੁੰਦੇ ਨੇ ਉਹਨਾਂ ਦੇ। ਹੁਣ ਜਾਂ ਤੇ ਅਸੀਂ ਇੱਕ ਲਾਈਨ ਵਾਲਿਆਂ ਨੂੰ ਇਹ ਡਿਕਲੇਅਰ ਕਰਨਾ ਹੀ ਪਏਗਾ ਨਾ, ਜੇ ਦੂਜੀ ਲਾਈਨ ਵਾਲੇ ਚੜ੍ਹਦੇ ਵਾਲੇ ਪਾਸੇ ਮੂੰਹ ਨੇ ਤੇ ਇੱਕ ਦਾ ਉਤਰਲੇ ਵਾਲੇ ਪਾਸੇ ਤਾਂ ਹੋਏਗਾ ਨਾ, ਉਹਨਾਂ ਦਾ ਕੀ ਬਣੇਗਾ? ਸੋ ਇਹ ਜਿੰਨੀਆਂ ਵੀ ਬਣਾਈਆਂ ਹੋਈਆਂ ਆਪਣੀਆਂ ਥਿਊਰੀਆਂ ਸਨ, ਇਹਨੂੰ ਮਹਾਰਾਜ ਜੀ ਨੇ ਚੈਲੰਜ ਕੀਤਾ। ਇਹ ਸ਼ਬਦ ਇਸ ਐਂਗਲ ਤੋਂ ਸੋਚੋ ਜਰਾ, ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਕਹਿ ਰਹੇ ਹੁੰਦੇ ਨੇ ਕਿ ਜਿਹਬਾ ਗੁਣ ਗੋਬਿੰਦ ਭਜੋ, ਕਿੱਡੀ ਇਨਕਲਾਬੀ ਗੱਲ ਸੀ। 1675 ਤੋਂ ਪਹਿਲਾਂ, ਕਿਉਂਕਿ 1675 'ਚ ਮਹਾਰਾਜ ਦੀ ਸ਼ਹੀਦੀ ਹੋਈ ਹੈ, ਉਸ ਤੋਂ ਪਹਿਲਾਂ ਮਹਾਰਾਜ ਪ੍ਰਚਾਰ ਦੌਰਿਆਂ ਤੇ ਜਾ ਕੇ ਇਹੀ ਤਾਂ ਕਹਿ ਰਹੇ ਸਨ ਸਮਾਜ ਨੂੰ, ਉੱਠੋ, ਤਗੜੇ ਹੋਵੋ, ਡਰੋ ਨਾ। ਜਿਵੇਂ ਬ੍ਰਾਹਮਣ ਖਵਾਉਂਦੇ ਬੰਦੇ ਨੂੰ ਰੱਬ ਨੇ ਬਣਾਇਆ, ਤੁਹਾਨੂੰ ਵੀ ਰੱਬ ਨੇ ਬਣਾਇਆ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨਹਾਰ ਹੈ। ਕਿਉਂ ਕਮਜ਼ੋਰ ਪੈ ਰਹੇ ਹੋ? ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕਹੋ ਸਾਂਝਾ, ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਦਿਲ ਖੋਲ ਕੇ ਸਿਫਤ ਕਰੋ ਰੱਬ ਦੀ, ਜ਼ਬਾਨ ਨੂੰ ਵਰਤਨ ਦਾ ਯਤਨ ਕਰੋ। ਹਾਂ, ਇਹ ਗੱਲ ਧਿਆਨ ਨਾਲ ਸੁਣ ਲਓ, ਜ਼ਬਾਨ ਕੁੜਤਨ ਨਾ ਬੋਲੇ, ਗਾਲ ਨਾ ਕੱਢੇ, ਮਾੜਾ ਮੰਦਾ ਨਾ ਬੋਲੇ, ਜ਼ਬਾਨ ਝੂਠ ਨਾ ਬੋਲੇ। ਇਹ ਤੋਂ ਗੁਰੇਜ਼ ਕਰੋ, ਇਹ ਤੋਂ ਕੰਟਰੋਲ ਕਰੋ, ਉੱਥੋਂ ਥੰਭ ਲਓ ਆਪਣੇ ਆਪ ਨੂੰ। ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ। ਪਰ ਇਹਦਾ ਅਰਥ ਇਹ ਨਹੀਂ ਕਿ ਜ਼ਬਾਨ ਚੁੱਪ ਹੀ ਰਹਿ ਜਾਵੇ, ਬੋਲੇ ਹੀ ਕੁਝ ਨਾ। ਮਹਾਰਾਜ ਕਹਿੰਦੇ ਨੇ ਜਿੰਨੀ ਮਰਜ਼ੀ ਬਾਰ ਦੀ ਚੁੱਪ ਧਾਰਨ ਕਰ ਲਓ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਅੰਦਰ ਤਾਂ ਰੋਲਾ ਚੱਲ ਰਿਹਾ ਹੈ, ਅੰਦਰ ਤਾਂ ਕਹਾਣੀਆਂ ਬੁਣੀਆਂ ਜਾ ਰਹੀਆਂ ਨੇ, ਜ਼ਬਾਨ ਨਹੀਂ ਬੋਲਦੀ ਤਾਂ ਕੀ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹਦੀ ਸਵਰਤੋਂ ਕਰਨ ਦੀ ਕੋਸ਼ਿਸ਼ ਕਰੋ, ਉਹਨੂੰ ਬੈਲੈਂਸ ਵਿੱਚ ਲੈ ਕੇ ਆਓ। ਚੁੱਪ ਰਹਿਣ ਵਾਲੇ ਵੀ ਨਾ ਬਖਸ਼ੇ ਗਏ ਤੇ ਬਹੁਤੇ ਬੋਲਣ ਵਾਲੇ ਨੂੰ ਵੀ ਨਹੀਂ ਬਖਸ਼ਿਆ ਮਹਾਰਾਜ ਨੇ। ਬਹੁਤਾ ਬੋਲਣ ਚੱਖਣ ਹੋਏ। ਮਹਾਰਾਜ ਨੇ ਆਖਿਆ ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਸੋ ਮਹਾਰਾਜ ਕਹਿ ਰਹੇ ਨੇ ਜਿਹਬਾ ਗੁਣ ਗੋਬਿੰਦ ਭਜੋ, ਆਪਣੀ ਜ਼ੇਬਾ ਨੂੰ, ਜ਼ਬਾਨ ਨੂੰ ਪਰਮੇਸ਼ਵਰ ਦੇ ਗੁਣਾਂ ਵਾਲੇ ਪਾਸੇ ਲਾਓ। ਹੋਰ ਗੱਲਾਂ ਜਿਵੇਂ ਕਰਦੇ ਆ ਨਾ ਆਪਾਂ, ਉਹਦੇ 'ਚ ਗੁਣ ਹੋਣੇ ਚਾਹੀਦੇ ਨੇ। ਇਹਦੇ ਲਈ ਕੋਈ ਵੱਖਰਾ ਟਾਈਮ ਕੱਢਣ ਦੀ ਲੋੜ ਨਹੀਂ ਹੈਗੀ। ਸਾਨੂੰ ਲੱਗਦਾ ਮੈਂ ਆਪਣੇ ਪੁੱਤ ਨਾਲ, ਬੱਚੇ ਨਾਲ, ਪਤਨੀ ਨਾਲ ਗੱਲਾਂ ਕਰ ਰਿਹਾ, ਮਾਂ-ਬਾਪ ਨਾਲ ਗੱਲਾਂ ਕਰ ਰਿਹਾ, ਵਪਾਰ ਵਾਲੇ ਬੰਦੇ ਨਾਲ ਡੀਲ ਕਰਨ ਲੱਗਿਆਂ ਗੱਲਾਂ ਕਰ ਰਿਹਾ, ਕਦੋਂ ਟਾਈਮ ਮਿਲੇਗਾ ਮੇਰੀ ਜ਼ਬਾਨ ਨੂੰ ਮੈਂ ਗੁਣ ਗਾਵਾਂਗਾ? ਮਹਾਰਾਜ ਕਹਿੰਦੇ ਨੇ ਵਿੱਚ ਹੀ ਚੱਲਣ ਦਿਓ, ਵੱਖਰਾ ਟਾਈਮ ਨਹੀਂ ਨਿਕਲਦਾ ਇਹਦਾ। ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਗੁਰੂ ਅਮਰਦਾਸ ਮਹਾਰਾਜ, ਜੇ ਟਾਈਮ ਹੀ ਵਿਚਾਰਦੇ ਰਹਿ ਜਾਓਗੇ ਫਿਰ ਨਹੀਂ ਜੀ ਮਿਲਣਾ। ਜਿਵੇਂ ਅੱਜ ਸਮਾਜ ਦੀ ਸਮੱਸਿਆ ਨਾ, ਕੀ ਕਰੀਏ ਜੀ, ਟਾਈਮ ਹੀ ਨਹੀਂ ਲੱਗਦਾ। ਹੁਣ ਦੱਸੋ, ਜਿਹੜਾ ਇਹ ਬੰਦਾ ਐਕਸਕਿਊਜ਼ ਦੇ ਰਿਹਾ, ਉਹਨੂੰ ਅਗਰ ਕਹੀਏ ਤੁਸੀਂ ਕਦੀ ਦਿਖੇ ਨਹੀਂ ਗੁਰਦੁਆਰਾ ਸਾਹਿਬ, ਤੁਸੀਂ ਪਾਠ ਜਪਜੀ ਦਾ ਕਰਦੇ ਹੋਵੋਗੇ, ਕੋਈ ਇਤਿਹਾਸ ਦੀ ਵਾਰਤਾ, ਟਾਈਮ ਹੀ ਨਹੀਂ ਮਿਲਦਾ ਜੀ। ਹੁਣ ਪਤਾ ਨਹੀਂ, ਜੇ ਤੇ ਕੋਈ ਵਕੀਲ ਉਹ ਕਰ ਲਵੇ ਤੇ ਰੱਬ ਨੂੰ ਕਹਿ ਕੇ ਉਹਨੂੰ 25-26 ਘੰਟੇ ਦਵਾ ਦੇਵੇ। ਸਾਰਿਆਂ ਨੂੰ ਤਾਂ 24 ਮਿਲੇ ਨੇ, ਉਹਨੂੰ ਐਕਸਟਰਾ ਮਿਲਣਗੇ ਤੇ ਉਹ ਕੁਝ ਕਰੇਗਾ। ਸਾਰਿਆਂ ਨੂੰ 24 ਮਿਲੇ ਨੇ, ਉਹਨੇ 24 ਚੋਂ ਮੈਨੇਜ ਕਰਨਾ ਹੈ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਸੌਖਾ ਤਰੀਕਾ ਗੁਰਮਤ ਨੇ ਦਿੱਤਾ ਕਿ ਤੁਹਾਨੂੰ ਭੋਰੇ 'ਚ ਬਹਿਣ ਦੀ ਲੋੜ ਨਹੀਂ, ਵੱਖਰੀ ਮਾਲਾ ਫੜਨ ਦੀ ਲੋੜ ਨਹੀਂ ਹੈਗੀ ਤੁਹਾਨੂੰ। ਇਹ ਜਪਨੀ ਕਾਟ ਕੀ ਕਿਆ ਦਿਖਲਾਵੈਂ ਲੋਏ, ਇਹ ਤੇ ਲੋਕਾਂ ਨੂੰ ਦਿਖਾਉਣ ਲਈ ਹੋਏਗਾ ਬਸ। ਹਿਰਦੇ ਰਾਮ ਨਾ ਚੇਤੀ ਇਹ ਜਪਨੀ ਕਿਆ ਹੋਏ।
ਸੋ ਜਦੋਂ ਕਿਸੇ ਨਾਲ ਗੱਲਬਾਤ ਕਰਨੀ ਹੈ ਨਾ, ਉਦੋਂ ਪਰਮੇਸ਼ਵਰ ਸੁਰਤ ਵਿੱਚ ਹੋਣਾ ਚਾਹੀਦਾ। ਉਹ ਤੁਹਾਡੇ ਡਾਇਲੋਗ ਗੁਣਾਂ ਦੇ ਆਧਾਰ ਤੇ ਚੱਲਣਗੇ। ਇਹੀ ਹੈ ਜੇਬਾ ਗੁਣ ਗੋਬਿੰਦ ਭਜੋ। ਉੱਥੇ ਤੁਹਾਡੀ ਜ਼ਬਾਨ ਦੇ ਵਿੱਚ ਸਤ, ਸੰਤੋਖ, ਧੀਰਜ, ਦਇਆ, ਹਲੀਮੀ, ਇਹ ਸਾਰੇ ਗੁਣ ਪ੍ਰਵੇਸ਼ ਹੋਣੇ ਚਾਹੀਦੇ ਨੇ। ਸਾਂਝ ਕਰਦਿਆਂ ਹੋਇਆਂ, ਵਿਚਾਰ ਕਰਦਿਆਂ ਹੋਇਆਂ। ਔਰ ਜਦੋਂ ਗੁਣਾਂ ਦੇ ਵਿੱਚ ਪਏਗਾ ਤੇ ਪਰਮੇਸ਼ਵਰ ਦੇ ਗੁਣ ਗਾਉਣ ਲੱਗਿਆਂ ਵੀ ਇਹ ਧਿਆਨ 'ਚ ਰੱਖੀ ਕਿ ਉਹਦੀ ਸਿਫਤ ਕਿਸ ਰੂਪ ਦੇ ਵਿੱਚ ਹੋਵੇ। ਹੁਣੇ ਆਪ ਜੀ ਨੇ ਸੋਦਰ ਦਾ ਪਾਠ ਸ਼ਰਵਣ ਕੀਤਾ, ਗੁਰੂ ਰਾਮਦਾਸ ਮਹਾਰਾਜ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗੰਮਾ ਅਗੰਮ ਅਪਾਰਾ। ਉਹ ਸ਼ਬਦ ਵਿੱਚ ਆਉਂਦਾ ਨਾ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ। ਇਹ ਗੁਣ ਨੇ ਪਰਮੇਸ਼ਵਰ ਦੇ ਕਿ ਤੂੰ ਹਰ ਇੱਕ ਸਮੇਂ ਦੇ ਵਿੱਚ ਇਕਵਲ ਬਰਾਬਰ ਰਿਹਾ, ਇੱਕ ਸੁਰ ਰਿਹਾ, ਇੱਕ ਰਸ ਰਿਹਾ। ਤਮਾਮ ਦੁਨੀਆ ਦੇ ਰਾਜ ਭਾਗ ਆਉਂਦੇ, ਕਈ ਬਣੇ ਹੋਏ ਰਾਜ ਭਾਗ ਖਤਮ ਹੋ ਗਏ, ਮਿੱਟੀ ਦੇ ਵਿੱਚ ਮਿਲ ਗਏ, ਪਰ ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ। ਤੂੰ ਨਿਹਚਲ ਹੈ, ਤੂੰ ਅਟਲ ਹੈ, ਬਾਕੀ ਕੋਈ ਨਿਹਚਲ ਨਹੀਂ ਹੈਗਾ। ਮੈਂ ਕਿਹਦੇ ਹੋਰ ਗੁਣ ਗਾਵਾਂ? ਇੱਥੇ ਤੇ ਰਾਮ ਗਇਓ ਰਾਵਣ ਗਇਓ। ਮੈਂ ਕਾਲਪਨਿਕ ਹਸਤੀਆਂ ਤੇ ਗੁਣ ਕਿੱਦਾਂ ਗਾ ਲਵਾਂ? ਉਹ ਤੇ ਚੱਲ ਨੇ, ਉਹ ਨਿਹਚਲ ਚ ਨਹੀਂ ਨਾ ਹੁੰਦੇ। ਰਾਮ ਗਇਓ ਰਾਵਣ ਗਇਓ, ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ। ਜਿਹੜਾ ਗਇਓ ਉਹ ਤੇ ਪਰਮੇਸ਼ਵਰ ਨਹੀਂ ਨਾ ਹੋ ਸਕਦਾ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ। ਇਹ ਹੁੰਦਾ ਜ਼ਬਾਨ ਨਾਲ ਉਹਦੀ ਖਾਸੀਅਤ ਨੂੰ ਵਡਿਆਉਣਾ, ਉਹਦੀ ਵਡਿਆਈ ਨੂੰ ਜਾਣਨਾ ਤੇ ਬਿਆਨਣਾ। ਇਹ ਉਹਦੇ ਗੁਣ ਗਾਇਨ ਕਰਨੇ। ਮਹਾਰਾਜ ਕਹਿੰਦੇ ਨੇ ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ। ਇੱਕ ਹੋਰ ਮੈਂ ਬੇਨਤੀ ਕਰਦਾ ਜਾਵਾਂ, ਭਾਈ ਗੁਰਦਾਸ ਜੀ ਦੀ ਰਚਨਾ ਬਹੁਤ ਕੀਮਤੀ ਹੈ, ਬਾਕਮਾਲ ਹੈ, ਸਾਡੇ ਇਤਿਹਾਸ ਦੀ ਬਹੁਤ ਕੀਮਤੀ ਵਿਰਾਸਤ ਹੈ, ਖਜ਼ਾਨਾ ਹੈ। ਉਹਨਾਂ ਨੇ 650 ਤੋਂ ਵੱਧ ਕਵਿਤ ਲਿਖੇ ਨੇ ਤੇ 40 ਵਾਰਾਂ ਲਿਖੀਆਂ ਨੇ। ਮੈਂ ਕੱਲ ਹੀ ਭਾਈ ਵੀਰੇਂਦਰ ਸਿੰਘ ਹੋਰਾਂ ਨੂੰ 41ਵੀਂ ਵਾਰ ਦਿਖਾ ਰਿਹਾ ਸਾਂ, ਜਿਹੜੀ ਕਿ ਬਾਅਦ ਵਿੱਚ ਜਾ ਕੇ ਰਲਗੱਡ ਹੋ ਕੇ ਨਾਲ ਜੋੜ ਦਿੱਤੀ ਗਈ। ਉਹ ਕਿਹਾ ਗਿਆ ਕਿ ਇਹ ਕਲਗੀਧਰ ਮਹਾਰਾਜ ਦੇ ਟਾਈਮ ਤੇ ਕੋਈ ਹੋਇਆ, ਭਾਈ ਗੁਰਦਾਸ ਸਿੰਘ। ਉਹ ਰਚਨਾ ਪ੍ਰਗਟਾ ਦਿੱਤੀ ਗਈ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਕਦੀ ਸਮਾਂ ਮਿਲਿਓ ਪੜ੍ਹ ਕੇ ਦੇਖਿਓ, ਉਹਦੇ 'ਚ ਕਿੰਨੀਆਂ ਅਸ਼ਲੀਲ ਲੈਣਾ ਦਰਜ ਹੋਈਆਂ ਨੇ। ਜਿਹੜਾ ਦਸਮ ਗ੍ਰੰਥ ਦਾ ਬਚਿੱਤਰ ਨਾਟਕ ਦਾ ਰਾਈਟਰ ਹੈ, ਉਹੀ ਉਹ 41ਵੀਂ ਵਾਰ ਲਿਖ ਰਿਹਾ। ਰਲਦਾ ਮਿਲਦਾ ਕੰਸੈਪਟ ਉਹਦੇ ਵਿੱਚ। 40 ਵਾਰਾਂ ਭਾਈ ਗੁਰਦਾਸ ਦੀਆਂ ਨੇ, ਜੋ ਗੁਰੂ ਅਰਜਨ ਸਾਹਿਬ ਦੇ ਮਾਮਾ ਜੀ ਸਨ ਤੇ ਗੁਰੂ ਅਮਰਦਾਸ ਜੀ ਦੇ ਭਤੀਜਾ ਜੀ ਸਨ, ਬੀਬੀ ਭਾਨੀ ਦੇ ਭਰਾ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਹੱਥ ਲਿਖਤ ਸੇਵਾ ਕਰਨ ਵਾਲੇ ਸੇਵਾਦਾਰ ਸਿੱਖ ਨੇ। ਉਹਨਾਂ ਦੀਆਂ ਰਚਨਾ ਬਾਕਮਾਲ ਨੇ, 40 ਵਾਰਾਂ ਨੇ। ਉਹਦੇ ਵਿੱਚ ਉਹਨਾਂ ਨੇ ਇੱਕ ਥਾਂ ਇਹ ਗੱਲ ਦਰਜ ਕੀਤੀ, ਭਾਈ ਗੁਰਦਾਸ ਜੀ ਨੇ ਆਖਿਆ, ਕਹਿੰਦੇ ਕਈ ਵਾਰ ਇਦਾਂ ਲੱਗਦਾ ਕਿ ਜ਼ਬਾਨ ਬਹੁਤਾਤ ਵਰਤੀ ਜਾ ਰਹੀ ਹੈ, ਜ਼ਬਾਨ ਦੇ ਨਾਲ ਗੁਣ ਜ਼ਿਆਦਾ ਰਿਪੀਟ ਹੋ ਰਹੇ ਨੇ, ਰੈਪੀਟੇਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ। ਇਹਦੇ ਨਾਲ ਇਉਂ ਲੱਗਦਾ ਕਿ ਇਹ ਬੰਦਾ ਬੰਦਗੀ ਵਾਲੇ ਪਾਸੇ ਜਾ ਰਿਹਾ ਹੈ। ਭਾਈ ਗੁਰਦਾਸ ਜੀ ਨੇ ਲੌਜਿਕ ਨਾਲ ਗੱਲਾਂ ਕੀਤੀਆਂ, ਦਲੀਲਾਂ ਦਿੱਤੀਆਂ। ਉਹ ਕਹਿੰਦੇ ਖਾਂਡ ਖਾਂਡ ਕਹੇ ਜੇਬਾ ਨਾ ਸਵਾਦ ਮੀਠੋ ਆਵੇ। ਰਸੋਈ ਵਿੱਚ ਮੰਨ ਲਓ ਸਾਡੇ ਘਰ ਦੇ ਵਿੱਚ ਹੀ ਬੱਚੇ ਨੂੰ ਖਾਣ ਲੱਗਿਆਂ ਕੋਈ ਸਪਾਈਸੀ ਚੀਜ਼ ਬਣੀ ਹੋਵੇ ਤੇ ਉਹਨੂੰ ਮਿਰਚਾਂ ਲੱਗ ਜਾਣ, ਮੂੰਹ ਸੜ ਰਿਹਾ ਹੋਵੇ, ਤੇ ਬੱਚਾ ਟੇਬਲ ਤੇ ਬੈਠੇ ਹੀ ਉੱਚੀ ਉੱਚੀ ਕਹਿਣ ਲੱਗ ਪਏ ਖੰਡ ਖੰਡ ਖੰਡ। ਹੁਣ ਅਸੀਂ ਉਹਨੂੰ ਵਿਧੀ ਸਿਖਾਉਣ ਲੱਗ ਪਈ, ਬੇਟਾ ਖੰਡ ਏਦਾਂ ਕਹਿ ਦੋ। ਉਹ ਬੱਚਾ ਕਹੇਗਾ ਮੈਂ ਖੰਡ ਏਦਾਂ ਕਵਾਂ ਜਾਂ ਉੱਦਾਂ ਕਵਾਂ, ਮੇਰੀ ਮਿਰਚ ਤੇ ਨਹੀਂ ਨਾ ਮੂੰਹ ਦੇ ਵਿੱਚੋਂ ਜਲਣ ਤੇ ਨਹੀਂ ਨਾ ਮੁੱਕ ਜਾਏਗੀ, ਮੈਨੂੰ ਖੰਡ ਲਿਆ ਕੇ ਦੋ, ਮੇਰੀ ਤਲੀ ਤੇ ਰੱਖ ਦੇਵੋ। ਭਾਈ ਗੁਰਦਾਸ ਕਹਿੰਦੇ ਜਦ ਤੱਕ ਉਹ ਖੰਡ ਖਾਂਦਾ ਨਹੀਂ ਨਾ, ਉਹ ਖੰਡ ਲਫ਼ਜ਼ ਸੰਕੇਤ ਦਿੰਦਾ ਕਿ ਕੋਈ ਚੀਜ਼ ਹੈ ਜਿਹਨੂੰ ਉਹਨੇ ਵਰਤਣਾ ਹੈ। ਪਰ ਕੇਵਲ ਸ਼ਬਦੀ ਉਹ ਰੈਪੀਟੇਸ਼ਨ ਕਰ ਰਿਹਾ, ਵਰਤ ਨਹੀਂ ਰਿਹਾ ਜਿਹੜੀ ਚੀਜ਼ ਹੈ, ਜਿਹੜੀ ਚੀਜ਼ ਦਾ ਨੇਮ ਹੈ ਉਹ ਨਹੀਂ ਯੂਜ਼ ਕਰ ਰਿਹਾ। ਉਹ ਖਾਂਡ ਖਾਂਡ ਕਹੇ ਜਿਹਬਾ ਨਾ ਸਵਾਦ ਮੀਠੋ ਆਵੇ, ਅਗਨ ਅਗਨ ਕਹਿ ਸੀਤ ਨਾ ਬਿਨਾਸ। ਠੰਡ ਲੱਗ ਰਹੀ ਹੈ, ਬੰਦਾ ਉਦਾਂ ਹੀ ਕਹੀ ਜਾਏ ਠੰਡ 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 ਲੱਗ ਰਹੀ ਹੈ। ਨਿੱਘ ਕਹੀ ਜਾਏ, ਅੱਗ ਅੱਗ ਕਹੀ ਜਾਏ, ਉਹਨੂੰ ਨਿੱਘ ਥੋੜਾ ਮਿਲ ਜਾਣਾ। ਅੱਗ ਬਾਲਣ ਲਈ ਉਹਨੂੰ ਲੱਕੜਾਂ 4 ਇਕੱਠੀਆਂ ਕਰਕੇ ਅੱਗ ਬਾਲਣੀ ਪਏਗੀ ਨਾ, ਅੰਗੀਠੀ ਤਪਾਉਣੀ ਪਏਗੀ ਨਾ ਉਹਨੂੰ।
ਜੇਬਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕੇ ਸੀਤ ਨਾ ਬਿਨਾਸ ਹੈ। ਇਦਾਂ ਹੀ ਭਾਈ ਗੁਰਦਾਸ ਜੀ ਨੇ ਆਖਿਆ, ਕਹਿੰਦੇ ਪੂਛਤ ਪਥਿਕ ਤੈ ਮਾਰਗ ਨਾ ਧਾਰੇ, ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। पूछत है वैद खाद औखत न संजम से, कैसे मिटे रोग सुख सहजे समाई है। डॉक्टर ਨੂੰ केवल कही जाए जी रोग तो है, सलाह मशवरा ले जाए तो दवाई ना खावे चौके, राहगीर ਨੂੰ ਰਾਹ ਪੁੱਛੀ ਜਾਏ ਪਰ ਤੁਰੇ ਨਾ ਕਦਮ ਵੀ। ਭਾਈ ਗੁਰਦਾਸ ਕਹਿੰਦੇ ਨੇ ਗਾਏ ਸੁਣੇ ਆਂਖੇ ਮੀਚੈ, ਪਾਈਏ ਨਾ ਪਰਮ ਪਦ। ਇਦਾਂ ਪਰਮ ਅਵਸਥਾ ਥੋੜਾ ਮਿਲ ਜਾਂਦੀ ਹੈ। ਗਾਈਏ गाए सुने आंखें मीचे, पाइए ना परम पद। गुर उपदेश गह, गह कहते ने पकड़। जो तक गुरु उपदेश पकड़ च नहीं लिया तू, गुरु उपदेश गह जो लो ना कमाई है। जो तक तू इसकी कमाई नहीं करता, इनू यूज नहीं करता, उत्ते पई खंड तो भरी पई है, डब्बे पे ने, बोरियां पईयां ने, तेरी खंड कहने नाल तेरी समस्या हल थोड़ा हो जाएगी। चार दाने चुक के वेख, आप ही तेनों पता लगे ਉਹਦੇ स्वाद का। भाई वेखो गुरबाणी ने जो इस पक्षों गल्लां कीतियां ना, गूंगे गुड़ खाया पूछे तो क्या कही गया, क्यों उत्ते फीलिंग दीयां गल्लां ने। गूंगे ने गुड़ खादा, हुण दूजा नूं कोई पुछे भी किन्ना कुछ स्वाद है, वो कहेगा वो फेस तो दस सकदा है, ਉਹਦਾ फेस दस सकदा है, पर वो बोल के लफ्जी तौर दे थोड़ा दस पाएगा। बाहरी तौर ते केवल रब रब कर लेना, वाहगुरु कर लेना, बाहरी तौर ते किसी शब्द की रैपूटेशन कर लेनी, ये समाप्ति नहीं है, ये एंडिंग नहीं है। हाँ, आरंभता वेले अगर वो मदद लेना चाहे कि भी मैं तुरना चाहना, मैं वाहगुरु प्यार नाल कहना चाहना, ਉਹਦੇ ਲਈ कोई विधि विधान की लोड़ नहीं हैगी, तू इदां कह ते इदां ना कह। उत्ते बड़ा प्यारा शब्द है, सिफत विच लिखिया गया है, तू कह। पर जिहदी सिफत गा रहा उदू समझो की है, वो कित्थे है, की करदा है, की कर सकदा है, उहदा हुक्म किवें काम कर रहा है। संबंध इदां जोड़। महाराज कहते ने जेहबा गुण गोबिंद भजो, करन सुनो हर नाम। अपने कन खोल के रख ते वाहिगुरु परमेश्वर दा नाम, नाम दा भाव है ओदी होंद हस्ती, कि वो है, उहदा वजूद है। किस रूप दे विच है? हुक्म रूप दे विच काम कर रहा है। एको नाम हुक्म है, नानक सतगुर दिया बुझाए जियो। कन्ना नाल सुन ध्यान नाल उहदा हुक्म किवें काम कर रहा है। वो गुरु पासों सुन, गुर कहया साकार कमावो, गुर की करनी काहे तावो। गुरु जो कह रहे हैं ना तेनों, वो डायलॉग सुन ध्यान नाल। महाराज ने आख्या ना, पेखन सुनन सुनावनो, इस सारियां दा रिजल्ट की होना चाहिए? मन में दृढ़ साच। तू वेख सुन, पर सच दृढ़ करने लई प्रैक्टिस कर। महाराज ने अगली पंक्ति च आख्या, कहो नानक सुन रे मना। कहो नानक दा भाव है गुरु तेग बहादुर महाराज, नानक दी मोर, नानक दी छाप ला के कह रहे ने, हे मेरे मना सुन ये गल। कहो नानक सुन रे मना, परे ना जम कहता। एक होर बेनती करा, मन शब्द जिहड़ा ना, मना शब्द जो संबोधित वाचक होंदा है, ਉਹਦਾ ਭਾਵ ਇਨਸਾਨ ਨੂੰ, ਮਨੁੱਖ ਨੂੰ ਕਿਹਾ ਜਾ ਰਿਹਾ, ਸਾਹਮਣੇ ਵਾਲੇ ਪਰਸਨ ਨੂੰ। ਭਾਵ हे ਬੰਦਿਆ ਸੋਹਣੇ ਗੱਲ ਧਿਆਨ ਨਾਲ। ਕਹੋ ਨਾਨਕ ਸੁਨ ਰੇ ਮਨਾ, ਪਰੈ ਨਾ ਜਮ ਕਹਿ ਤਾਂ। ਫਿਰ ਜਮ ਦੇ ਵਸ ਨਹੀਂ ਪੈਣਾ ਪੈਂਦਾ। ਜਮ ਦਾ ਭਾਵ ਵਿਕਾਰ। ਜਮ ਦਾ ਅਰਥ ਭਾਰਤੀ ਸੰਸਕ੍ਰਿਤ ਦੇ ਵਿੱਚ ਸੀ ਜੋ ਮਾਰਦੇ ਨੇ, ਕੁੱਟਦੇ ਨੇ, ਜਮ ਕੁੱਟਦੇ ਖੜਦੇ ਨੇ। ਮਹਾਰਾਜ ਨੇ ਆਖਿਆ ਮਰਨ ਦੇ ਬਾਅਦ ਤੇ ਪਤਾ ਨਹੀਂ ਕੌਣ ਕੁੱਟਦਾ ਜਾਂ ਨਹੀਂ ਕੁੱਟਦਾ, ਇੱਥੇ ਕੁੱਟ ਖਾਂਦਿਆਂ ਵੇਖਿਆ। ਇਸ ਤਨ ਅੰਦਰ ਪੰਜ ਚੋਰ ਬਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੁਝੇ, ਕੋਏ ਨਾ ਸੁਣੇ ਪੁਕਾਰਾ। ਇੱਥੋਂ ਬੜਾ ਕੁਝ ਲੁੱਟਦੇ ਨੇ, ਮਾਰੇ ਲੁੱਟੇ ਨੀਤ। ਇੱਥੇ ਬੰਦਾ ਹਾਰਿਆ ਪਿਆ, ਅਸਲ ਦੇ ਵਿੱਚ ਮਨ ਉਹਦਾ ਹਾਰਿਆ ਪਿਆ। ਸੋ ਜਮ ਜਿਹੜੇ ਨੇ ਨਾ, ਵਿਕਾਰ, ਗੁਨਾਹ, ਐਬ, ਇਹਨਾਂ ਦੇ ਵਸ ਨਹੀਂ ਪਏਗਾ ਜੇ ਤੈਨੂੰ ਗਿਆਨ ਇੰਦਰੇ ਵਰਤਨ ਦਾ ਢੰਗ ਆ ਗਿਆ। ਜ਼ਬਾਨ ਕਿਵੇਂ ਵਰਤਣੀ ਹੈ, ਅੱਖਾਂ ਕਿਵੇਂ ਯੂਜ਼ ਕਰਨੀਆਂ ਨੇ, ਕੰਨ ਕਿਵੇਂ ਵਰਤਣੇ ਨੇ, ਹੱਥ ਪੈਰ ਕਿਹੜੇ ਕੰਮ ਦੇ ਵਿੱਚ ਲੱਗਣੇ ਚਾਹੀਦੇ ਨੇ। ਗੁਰੂ ਬਖਸ਼ਿਸ਼ ਤੇ ਕਿਰਪਾ ਕਰੇ। ਮਹਾਰਾਜ ਜੀ ਨੇ ਇਹਨਾਂ ਅਮੋਲਕ ਵਿਚਾਰਾਂ ਦੇ ਰਾਹੀਂ, ਅਮਲਕ ਸਿਧਾਂਤ ਅਸੂਲਾਂ ਦੇ ਰਾਹੀਂ ਭਾਰਤੀ ਖਿੱਤੇ ਦੇ ਵਿੱਚ ਇੱਕ ਬਹੁਤ ਵੱਡਾ ਰੈਵੋਲੂਸ਼ਨ ਛੇੜਿਆ ਸੀ।
ਸਮਝ ਪੈ ਰਹੀ ਸੀ ਸਮਾਜ ਨੂੰ ਕਿ ਅਸਲ ਵਿੱਚ ਇੰਦਰੇ ਕਰਤੇ ਵਾਹਿਗੁਰੂ ਦੀ ਦਾਤ ਨੇ, ਇਹਨਾਂ ਨੂੰ ਸਹੀ ਵਰਤਣਾ ਪਏਗਾ, ਇੱਕ ਨਿਯਮਬੱਧ ਹੋ ਕੇ ਵਰਤਣਾ ਪਏਗਾ। ਅਸਮਾਨੋਂ ਪਾਣੀ ਪੈਂਦਾ ਪਹਾੜਾਂ ਦੀਆਂ ਚੋਟੀਆਂ ਦੇ ਉੱਤੇ, ਪਰ ਸਮੁੰਦਰ ਤੱਕ ਪਹੁੰਚਣਾ ਉਹਦੇ ਲਈ ਚੈਲੰਜ ਹੁੰਦਾ ਹੈ ਕਿ ਉਹ ਸਮੁੰਦਰ ਤੱਕ ਸਫ਼ਰ ਕਿਵੇਂ ਕਰੇ। ਸਿਆਣਿਆਂ ਬਜ਼ੁਰਗਾਂ ਨੇ ਕੀ ਕੀਤਾ, ਉਸ ਪਾਣੀ ਦੇ ਵਹਿਣ ਨੂੰ ਸਮੁੰਦਰ ਤੱਕ ਪਹੁੰਚਾਉਣ ਲਈ 2 ਕਿਨਾਰੇ ਮਜਬੂਰ ਬਣਾ ਦਿੱਤੇ। ਤੁਸੀਂ ਅੱਜ ਵੀ ਵੇਖੋ ਇੱਥੇ ਆ ਸ਼ਹਿਰਾਂ ਸਿਟੀਆਂ ਦੇ ਵਿੱਚੋਂ ਦੀ ਨਹਿਰਾਂ ਲੰਘਦੀਆਂ ਸਮੁੰਦਰ ਤੱਕ ਸਫ਼ਰ ਕਿਉਂ ਕਰ ਜਾਂਦੀਆਂ ਨੇ। ਉਦੋਂ ਪਾਣੀ ਬੜਾ ਖਤਰਨਾਕ ਹੈ, ਪਰ ਉਹਨੂੰ 2 ਮਜ਼ਬੂਤ ਕਿਨਾਰੇ ਲਾ ਕੇ ਦੇ ਦਿੱਤੇ, ਬਸ ਤੂੰ ਵਹਿੰਦਾ ਜਾ ਜਿੱਥੋਂ ਮਰਜ਼ੀ ਵਿੱਚੋਂ ਲੰਘ ਜਾ। ਸ਼ਹਿਰਾਂ ਪਿੰਡਾਂ ਚੋਂ ਜਦੋਂ ਇੱਕ ਕਿਨਾਰਾ ਵੀ ਕਮਜ਼ੋਰ ਪਿਆ ਨਾ, ਉਹ ਤਬਾਹੀ ਲਿਆ ਦੇਗਾ, ਪਿੰਡ ਦੇ ਪਿੰਡ ਉਜਾੜ ਦੇਗਾ, ਸੁਨਾਮੀ ਉਦੋਂ ਹੀ ਆਏਗੀ। ਸੋ ਮਹਾਰਾਜ ਨੇ ਆਖਿਆ ਨਿਯਮਬੱਧਤਾ ਜਿਹੜੀ ਹੈ ਨਾ, ਇਹ ਉਸ ਨਹਿਰ ਦੇ 2 ਪਾਰਟ ਨੇ, 2 ਹਿੱਸੇ ਨੇ। ਗੁਰਪੂਰੈ ਸੰਜਮ ਕਰ ਦੀਆ, ਨਾਨਕ ਫਿਰ ਦੁੱਖ ਨਾ ਥੀਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।